ਹੈਲੋ ਪਲੱਸ 2 ਕਲਾਸ ਵੇਵ ਆਪਟਿਕਸ ਦੇ ਵਿੱਚ ਆਪਾਂ ਨੈਕਸਟ ਟੌਪਿਕ ਕਰਨਾ ਹੈ ਇੰਟਰਫੇਰੈਂਸ ਆਫ ਲਾਈਟ। ਬਟ ਇੰਟਰਫੇਰੈਂਸ ਆਫ ਲਾਈਟ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਦੋ ਤਿੰਨ ਟਰਮਸ ਹੈ ਜਿਹੜੀ ਮੈਂ ਇਸ ਵੀਡੀਓ 'ਚ ਤੁਹਾਨੂੰ ਕਰਾ ਰਹੀ ਹਾਂ, ਉਸ ਤੋਂ ਨੈਕਸਟ ਵੀਡੀਓ 'ਚ ਆਪਾਂ ਇੰਟਰਫੇਰੈਂਸ ਆਫ ਲਾਈਟ ਮੇਨ ਟੌਪਿਕ ਕਰਾਂਗੇ। ਠੀਕ ਹੈ, ਫਸਟ ਟੌਪਿਕ ਹੈ ਤੁਹਾਡਾ, ਫਸਟ ਟਰਮ ਹੈ ਕੋਹਰੈਂਟ ਸੋਰਸਿਸ, ਕੋਹਰੈਂਟ ਐਂਡ ਇਨਕੋਹਰੈਂਟ ਸੋਰਸਿਸ। ਲਾਈਟ ਦੇ ਸੋਰਸਿਸ ਹੁੰਦੇ ਆ ਬੇਟੇ, ਲਾਈਟ ਦੇ ਸੋਰਸਿਸ ਨੂੰ ਆਪਾਂ ਦੋ ਟਾਈਪਸ 'ਚ ਵੰਡਿਆ। ਨੰਬਰ 1 ਹੈ ਕੋਹਰੈਂਟ ਸੋਰਸਿਸ। ਇਹ ਉਹ ਸੋਰਸ ਹੁੰਦੇ ਨੇ ਲਾਈਟ ਦੇ ਜਿਹੜੇ ਵੇਵਸ ਐਮਿਟ ਕਰਦੇ ਆ, ਪਰ ਉਹ ਵੇਵਸ ਜਿਹੜੀਆਂ ਹੁੰਦੀਆਂ ਨੇ ਸੇਮ ਫ੍ਰੀਕੁਐਂਸੀ ਦੀ ਹੁੰਦੀਆਂ ਨੇ ਔਰ ਉਹਨਾਂ ਦੇ ਵਿੱਚ ਫੇਸ ਡਿਫਰੈਂਸ ਜ਼ੀਰੋ ਹੁੰਦਾ ਹੈ। ਇਸ ਡਾਇਗਰਾਮ 'ਚ ਦੇਖੋ ਤੁਸੀਂ, ਦੋ ਸੋਰਸਿਸ ਆਫ ਲਾਈਟ ਹੈ S1 ਐਂਡ S2। ਇਹ ਜਿਹੜੇ ਲਾਈਟ ਐਮਿਟ ਕਰ ਰਹੇ ਆ ਇੱਕ ਵੇਵ ਦੀ ਫਾਰਮ 'ਚ ਦਿਖਾਇਆ ਹੋਇਆ ਹੈ। ਠੀਕ ਹੈ, ਹੁਣ ਇਸ ਵੇਵ ਦਾ ਔਰ ਜਿਹੜੀ ਸੋਰਸ S2 ਤੋਂ ਵੇਵ ਆ ਰਹੀ ਹੈ ਇਹਨਾਂ ਦੀ ਫ੍ਰੀਕੁਐਂਸੀ ਬਿਲਕੁਲ ਸੇਮ ਹੈ। ਠੀਕ ਹੈ, ਸੈਕਿੰਡ ਗੱਲ ਕਿ ਇਹਨਾਂ ਦਾ ਫੇਜ਼ ਡਿਫਰੈਂਸ ਬਿਲਕੁਲ ਸੇਮ ਹੈ, ਜਾਂ ਤਾਂ ਇਹਨਾਂ ਦਾ ਫੇਜ਼ ਡਿਫਰੈਂਸ ਬਿਲਕੁਲ ਜ਼ੀਰੋ ਹੋਏਗਾ। ਠੀਕ ਹੈ, ਦੋਨਾਂ ਦਾ ਦੇਖੋ ਜਿਸ ਫੇਜ਼ 'ਚ ਇਹ ਵੇਵ ਮੂਵ ਕਰ ਰਹੀ ਹੈ, ਠੀਕ ਹੈ, ਉਸੇ ਫੇਜ਼ 'ਚ ਇਹ ਵੇਵ ਮੂਵ ਕਰ ਰਹੀ ਹੈ। ਜਾਂ ਤਾਂ ਇਹਨਾਂ 'ਚ ਜ਼ੀਰੋ ਫੇਜ਼ ਡਿਫਰੈਂਸ ਹੋਏਗਾ ਜਾਂ ਹੋਏਗਾ ਕਾਂਸਟੈਂਟ। ਮਤਲਬ ਜਦੋਂ ਐਂਡ ਪੁਆਇੰਟ ਤੇ ਇੱਥੇ ਐਂਡ ਪੁਆਇੰਟ ਹੈ ਇਹਨਾਂ ਦਾ, ਇੱਥੇ ਐਂਡ ਪੁਆਇੰਟ ਹੈ ਦੂਸਰੇ ਦਾ, ਉੱਥੇ ਤੱਕ ਜਦੋਂ ਇਹ ਵੇਵਸ ਪਹੁੰਚਦੀਆਂ ਨੇ ਦੈਨ ਉੱਥੇ ਤੱਕ ਵੀ ਇਹਨਾਂ ਦਾ ਜਿਹੜਾ ਫੇਸ ਡਿਫਰੈਂਸ ਉਹ ਕਨਸਟੈਂਟਲੀ ਉਹੀ ਚੱਲੀ ਜਾਏਗਾ, ਰੈਂਡਮਲੀ ਚੇਂਜ ਨਹੀਂ ਹੋਏਗਾ ਕਿ ਇਹਦਾ ਫੇਸ ਡਿਫਰੈਂਸ ਇੱਥੇ ਕੁਝ ਹੋਰ ਸੀ ਇੱਥੇ ਕੁਝ ਹੋਰ ਹੋ ਗਿਆ ਫੇਸ ਇਹਦਾ, ਇਸਦਾ ਫੇਸ ਇੱਥੇ ਕੁਝ ਹੋਰ ਸੀ ਇੱਥੇ ਕੁਝ ਹੋਰ ਹੋ ਗਿਆ। ਠੀਕ ਹੈ, ਕਨਸਟੈਂਟਲੀ ਜਿਹੜਾ ਹੈਗਾ ਫੇਸ ਡਿਫਰੈਂਸ ਰਹੇਗਾ ਇਹਨਾਂ ਦੇ ਵਿੱਚ। ਠੀਕ ਹੈ, ਸੋ ਕੋਹਰੈਂਟ ਸੋਰਸਿਸ ਉਹ ਹੁੰਦੇ ਆ ਜਿਨ੍ਹਾਂ ਦੀ ਫ੍ਰੀਕੁਐਂਸੀ ਤੇ ਫੇਸ ਡਿਫਰੈਂਸ, ਫ੍ਰੀਕੁਐਂਸੀ ਸੇਮ ਹੁੰਦੀ ਹੈ, ਫੇਸ ਡਿਫਰੈਂਸ ਜ਼ੀਰੋ ਹੁੰਦਾ ਹੈ। और फेज डिफरेंस इन बिटवीन भी चेंज नहीं होना चाहिए हैगा। ठीक है, इस दी एग्जांपल है लेजर लाइट। ਜਿਹੜੀ लेजर लाइट ਤੁਸੀਂ ਦੇਖਦੇ ਹੋ ਉਹ ਕੋਹਰੈਂਟ ਸੋਰਸਿਸ ਹੁੰਦਾ ਹੈ। ਨੈਕਸਟ ਹੈ ਇਨਕੋਹਰੈਂਟ ਸੋਰਸਿਸ। Incoherent sources are those which sources of light emit waves that have random frequencies। ठीक है, ਫ੍ਰੀਕੁਐਂਸੀ ਇਹਨਾਂ ਦੀ ਰੈਂਡਮ ਹੁੰਦੀ ਹੈ, ਕੁਝ ਵੀ ਹੋ ਸਕਦੀ ਹੈ, ਸੇਮ ਨਹੀਂ ਹੋਏਗੀ। ਇੱਕ ਵੇਵ ਦੀ ਵੀ ਜਿਹੜੀ ਫ੍ਰੀਕੁਐਂਸੀ ਹੈ ਉਹ ਬਾਰ-ਬਾਰ ਚੇਂਜ ਹੁੰਦੀ ਰਹੇਗੀ ਐਂਡ ਉਹਨਾਂ ਦਾ ਫੇਸ ਡਿਫਰੈਂਸ ਵੀ ਬਿਲਕੁਲ ਅਲੱਗ ਹੁੰਦਾ ਰਹੇਗਾ। ਠੀਕ ਹੈ, there is no relationship between the waves in terms of frequencies and phase difference। ਜੇ ਆਪਾਂ ਦੋਨਾਂ ਦੀ ਫ੍ਰੀਕੁਐਂਸੀ ਦੇ ਵਿੱਚ ਕੁਝ ਦੇਖਣਾ ਚਾਹੀਏ ਕਿ ਕੁਝ ਸਿਮਿਲੈਰਿਟੀ ਹੋ ਸਕਦੀ ਹੈ ਬਟ ਕੋਈ ਸਿਮਿਲੈਰਿਟੀ ਨਹੀਂ ਹੁੰਦੀ ਹੈਗੀ। ਠੀਕ ਹੈ, ਫੇਜ਼ ਵੀ ਉਹਨਾਂ ਦਾ ਟੋਟਲੀ ਡਿਫਰੈਂਸ ਹੁੰਦਾ ਹੈ। ਇਲੈਕਟ੍ਰਿਕ ਬਲਬ ਆਪਾਂ ਜਿਹੜਾ ਘਰਾਂ 'ਚ ਦੇਖਦੇ ਆ ਜਾਂ ਨਾਈਟ ਲੈਂਪ ਦੇਖਦੇ ਆ ਘਰਾਂ 'ਚ, ਉਹ ਇਨਕੋਹਰੈਂਟ ਸੋਰਸਿਸ ਹੁੰਦੇ ਆ। ਦੇਖੋ ਇਹ ਹੈ ਇਨਕੋਹਰੈਂਟ ਕੋਹਰੈਂਟ ਸੋਰਸ ਦੀ ਡਾਇਗਰਾਮ। ਲੇਜ਼ਰ ਬੀਮ ਦਿਖਾਈ ਹੋਈ ਹੈ, ਲੇਜ਼ਰ ਬੀਮ ਦੀ ਸਾਰੀ ਵੇਵਸ ਸੇਮ ਫੇਸ ਡਿਫਰੈਂਸ ਹੈ ਔਰ ਫ੍ਰੀਕੁਐਂਸੀ ਸੇਮ ਹੈ। ਨੈਕਸਟ ਤੁਹਾਨੂੰ ਦਿਖਾਇਆ ਗਿਆ ਇਨਕੋਹਰੈਂਟ ਸੋਰਸਿਸ। ਘਰੇ ਜਿਹੜਾ ਆਪਾਂ ਨਾਈਟ ਲੈਂਪ ਯੂਜ਼ ਕਰਦੇ ਹਾਂ ਸੀ, ਇਹਨਾਂ ਵਿੱਚ ਵੇਵਸ ਰੈਂਡਮਲੀ ਮੂਵ ਕਰ ਰਹੀਆਂ, ਅਲੱਗ-ਅਲੱਗ ਫੇਸ ਹੈ, ਹਰੇਕ ਵੇਵ ਦਾ ਇਸ 'ਚ ਅਲੱਗ-ਅਲੱਗ ਫੇਸ ਹੈ ਔਰ ਇਹਨਾਂ ਦੀ ਫ੍ਰੀਕੁਐਂਸੀ ਵੀ ਚੇਂਜ ਹੈ। ਰਾਈਟ, ਨੈਕਸਟ ਹੈ ਤੁਹਾਡਾ ਸੁਪਰਪੋਜੀਸ਼ਨ ਆਫ ਵੇਵਸ। ਵੇਵਸ ਸੁਪਰ ਇੰਪੋਜ਼ ਕਰਦੀਆਂ ਇੱਕ ਦੂਜੇ ਦੇ ਉੱਤੇ। ਠੀਕ ਹੈ, ਇੱਕ ਵੇਵ ਦੂਜੇ ਵੇਵ ਨੂੰ ਓਵਰਲੈਪ ਕਰਦੀ ਹੈ। ਸੁਪਰਪੋਜੀਸ਼ਨ ਆਫ ਵੇਵਸ ਕੀ ਹੁੰਦਾ? It is defined as the resultant displacement produced by a number of waves
ठीक है, काफी वेव्स मिल गया, ਉਹ ਵੇਵਸ ਇੱਕ ਦੂਜੇ ਤੇ ਇਫੈਕਟ ਵੀ ਪਾ ਰਹੀਆਂ ਨੇ, ਠੀਕ ਹੈ। ਉਹ ਇਫੈਕਟ ਤੋਂ ਬਾਅਦ ਰਿਜ਼ਲਟੈਂਟ ਡਿਸਪਲੇਸਮੈਂਟ ਕੀ ਹੁੰਦਾ, ਉਸ ਨੂੰ ਆਪਾਂ ਕਹਿੰਦੇ ਆ ਵੀ ਸੁਪਰਪੋਜੀਸ਼ਨ ਹੋਊਗੀ ਵੇਵਸ ਦੀ, ਵੇਵਸ ਨੇ ਇੱਕ ਦੂਜੇ ਨੂੰ ਓਵਰਲੈਪ ਕਰ ਲਿਆ। ਇਹਨਾਂ ਦਾ ਰਿਜ਼ਲਟੈਂਟ ਡਿਸਪਲੇਸਮੈਂਟ ਆਪਾਂ ਕੱਢਦੇ ਹੁੰਦੇ ਆ ਵੈਕਟਰ ਸਮ ਆਫ ਡਿਸਪਲੇਸਮੈਂਟ ਪ੍ਰੋਡਿਊਸਡ ਬਾਈ ਈਚ ਆਫ them। ਫਸਟ ਵੇਵਸ ਦਾ ਡਿਸਪਲੇਸਮੈਂਟ, ਸੈਕੰਡ ਵੇਵ ਦਾ, ਥਰਡ ਵੇਵ ਦਾ, ਉਹਨਾਂ ਦਾ ਆਪਾਂ ਵੈਕਟਰ ਸਮ ਲੈਣੇ ਹੁੰਦੇ ਆ ਇਸ ਚ। Two different waves add up to form a single wave and whose displacement will be given by the vector sum of individual waves। ठीक है, दो टाइप्स की सुपरपोजिशंस ਹੁੰਦੀਆਂ ਨੇ, एक कंस्ट्रक्टिव ਤੇ एक डिस्ट्रक्टिव। कंस्ट्रक्टिव ओवरलैप या कंस्ट्रक्टिव सुपरपोजिशन की ਹੁੰਦੀ है when two waves overlap to produce a bigger wave। ठीक है, दो वेव्स आपस ਚ ओवरलैप हो गई, बट उन्होंने एम्पलीट्यूड ਵਧਾਤਾ, एक ਵੱਡੀ ਵੇਵ ਬਣਾ ਲਈ, ਉਸਨੂੰ ਆਪਾਂ ਕਵਾਂਗੇ ਕੰਸਟਰਕਟਿਵ ਓਵਰਲੈਪ। ਇਸ ਦੇ ਵਿੱਚ ਜਾਂ ਤਾਂ ਦੋ ਕਰਸਟ ਓਵਰਲੈਪ ਕਰਨਗੇ ਜਾਂ ਦੋ ਟਰਫ ਓਵਰਲੈਪ ਕਰਨਗੇ ਤਾਂ ਵੱਡੀ ਵੇਵ ਬਣੇਗੀ। ਕੰਸਟਰਕਟਿਵ ਓਵਰਲੈਪ ਦੇ ਵਿੱਚ ਦੋਨੇ ਵੇਵਸ ਜਿਹੜੀਆਂ ਹੈਗੀਆਂ ਇੱਕ ਦੂਜੇ ਦੇ ਵਿੱਚ ਫੇਜ਼ ਦੇ ਵਿੱਚ ਹੋਣੀ ਚਾਹੀਦੀ ਹੈ, ਮਤਲਬ ਉਹਨਾਂ ਦਾ ਫੇਜ਼ ਸੇਮ ਹੋਣਾ ਚਾਹੀਦਾ ਹੈ। डिस्ट्रक्टिव ओवरलैप, ਜਦੋਂ ਦੋ ਵੇਵਸ ਆਊਟ ਆਫ ਫੇਜ਼ ਓਵਰਲੈਪ ਕਰਦੀਆਂ, ਠੀਕ ਹੈ, then that is destructive overlap। ਤੁਸੀਂ ਹੁਣ ਇਸ ਚ ਡਾਇਗਰਾਮ ਚ ਦੇਖਦੇ ਹੋ, ਆਪਣੇ ਕੋਲ ਇੱਕ ਵੇਵ ਹੈਗੀ ਆ, ਠੀਕ ਹੈ, ਇਸ ਦਾ ਫੇਜ਼ ਦੇਖ ਰਹੇ ਹੋ, दूसरी वेव हैगी है, इसका फेज देख रहे हो। ये दो वेव्स फस्ट एंड सैकेंड ये जो ओवरलैप करनगियां, सुपर इंपोज करनगियां, दैन रिजल्टेंट वेव अपने कोल इस तरह की आएगी, क्योंकि आपां ये एम्पलीट्यूड एड अप कर लिया, ठीक है, और एड अप करन नाल इहदा जिहड़ा एम्पलीट्यूड सीगा इनक्रीज हो गया। दिस देखो तुसी देख रहे हो ना, ये एम्पलीट्यूड जिहड़ा हैगा इनक्रीज हो गया। सो दिस इज कंस्ट्रक्टिव ओवरलैप, वेव ऑफ हायर एम्पलीट्यूड इज फॉर्म्ड, क्योंकि इन्हां दा फेज सेम सीगा। देखो ये भी इस तरह जा रही है, पहला ऊपर दैन नीचे, ये भी एवें जा रही है, पहला ऊपर फिर नीचे, ठीक है। ये दोने वेव्स जदों ओवरलैप कीतियां दैन अपने कोले एक बहुत ही वधिया हायर एम्पलीट्यूड दी वेव फॉर्म होगी। सो दिस इज कंस्ट्रक्टिव ओवरलैप। नैक्सट आ जाओ डिस्ट्रक्टिव। फस्ट वेव तुसी देख रहे हो, फेज इहदा यही है, राइट। सैकेंड वेव देख रहे हो, इसका फेज इहदे नालों बिल्कुल डिफरेंट है, ठीक है। ਇਹਦਾ ਸਟਾਰਟਿੰਗ ਟਰਫ ਤੋਂ ਹੋ ਰਹੀ ਹੈ, ਇਹਦੀ ਕਰਸਟ ਤੋਂ ਹੋ ਰਹੀ ਹੈ, ਔਰ ਵੈਸੇ ਵੀ ਤੁਸੀਂ ਦੇਖੋ ਇਹਦੀ ਜਿਹੜੀ ਫੇਜ਼ ਡਿਫਰੈਂਸ ਹੈ ਅੱਗੇ ਵੀ ਚੇਂਜ ਹੋ ਰਿਹਾ। ਜਦੋਂ ਇਹ ਦੋ ਵੇਵਸ ਆਪਸ ਚ ਓਵਰਲੈਪ ਕਰਨਗੀਆਂ, ਇਹਨਾਂ ਦੀ ਸੁਪਰਪੋਜੀਸ਼ਨ ਹੋਏਗੀ, then this wave will be formed ਇੱਕ ਸਟ੍ਰੇਟ ਲਾਈਨ ਦੇ ਵਿੱਚ, ਮਤਲਬ ਡਿਸਟਰਕਟਿਵ ਹੋਗੀ ਇਹ, ਠੀਕ ਹੈ। इस वेव ने इस वेव का फेज जिहड़ा हैगा कैंसल आउट करता, कैंसल आउट करन नाल अपने कोले एम्पलीट्यूड 0 हो गया, ठीक है। इसे करके इसनूं कहा जाता है डिस्ट्रक्टिव ओवरलैप। इस वेव्स ने एक दूजे नूं कैंसल आउट करता, एम्पलीट्यूड वधा नहीं सके हैगे, बल्कि ये फेज डिफरेंस दे करके दोनों का फेज अलग सीगा, यह कैंसल आउट करता और यह डिस्ट्रक्टिव अपने कोले ओवरलैप हो गया,
ਰਾਈਟ। ਇਹ ਸਿੰਪਲ ਜੀ ਟਰਮ ਸੀਗੀਆਂ ਬੱਚੇ ਆਪਣੀਆਂ, ਕੋਹਰੈਂਟ ਸੋਰਸਿਸ, ਇਨਕੋਹਰੈਂਟ ਸੋਰਸਿਸ ਐਂਡ ਕੰਸਟਰਕਟਿਵ ਓਵਰਲੈਪ ਐਂਡ ਡਿਸਟਰਕਟਿਵ ਓਵਰਲੈਪ। ਠੀਕ ਹੈ, ਤੁਸੀਂ ਇਹ ਦੋ ਟਰਮਸ ਤੋਂ ਬਾਅਦ ਆਪਾਂ ਇੰਟਰਫੇਰੈਂਸ ਦਾ ਜਿਹੜਾ ਮੇਨ ਟੌਪਿਕ ਹੈ ਉਹ ਸ਼ੁਰੂ ਕਰਾਂਗੇ। ਠੀਕ ਹੈ ਬੇਟਾ।